फल दे बारे कि फल है की है जिहदे कोल फल नहीं वो परमेश्वर दी नगरी दे अंदर नहीं जा सकदा। क्योंकि जदों असीं प्रकाशित वाक्या ਉਹਦਾ 22 ਅਧਿਆਇ ਉਹਦੀ 7 ਐਦ ਵੇਖਦੇ ਹਾਂ, ਵੇਖ ਮੈਂ ਛੇਤੀ ਆਉਂਦਾ ਹਾਂ, ਧੰਨ ਉਹ ਜਿਹੜਾ ਇਸ ਅਗੰਮ ਵਾਕ ਦੀਆਂ ਗੱਲਾਂ ਦੀ ਪਾਲਣਾ ਕਰਦਾ ਹੈ। ਕਿਉਂਕਿ ਖੁਦਾ ਦਾ ਵਚਨ ਆਖਦਾ ਹੈ ਕਿ ਵੇਖ ਮੈਂ ਤੇਰੇ ਕੋਲ ਕੀ ਕਰਦਾ ਹਾਂ, ਛੇਤੀ ਆਉਂਦਾ ਹਾਂ। ਜਿਹੜਾ ਇਨਸਾਨ ਇਸ ਪੋਥੀ ਦੇ ਅਗੰਮ ਵਾਕ ਦੀਆਂ ਗੱਲਾਂ ਦੀ ਕੀ ਕਰਦਾ ਹੈ, ਪਾਲਣਾ ਕਰਦਾ ਹੈ। ਕਿਉਂਕਿ ਜਿਹੜਾ ਇਨਸਾਨ ਪਰਮੇਸ਼ਵਰ ਦੇ ਵਿੱਚ ਚੱਲਦਾ ਹੈ, ਜਿਹੜਾ ਇਨਸਾਨ ਪਰਮੇਸ਼ਵਰ ਦੀ ਬਾਣੀ ਨੂੰ ਪੜ੍ਹਦਾ ਹੈ, ਜਿਹੜਾ ਇਨਸਾਨ ਪਰਮੇਸ਼ਵਰ ਦੇ ਵਿੱਚ ਨਿਤ ਰਹਿੰਦਾ ਹੈ, ਪਰਮੇਸ਼ਵਰ ਉਹਦੇ ਕੋਲ ਆਉਂਦਾ ਹੈ। ਹਾਲੇਲੂਇਆ। ਕਿਉਂਕਿ ਜਦੋਂ ਪਰਮੇਸ਼ਵਰ ਆਉਂਦਾ ਹੈ, ਕੁਝ ਲੈਣ ਦੇ ਲਈ ਆਉਂਦਾ ਜਾਂ ਕੁਝ ਦੇਣ ਦੇ ਲਈ ਆਉਂਦਾ ਹੈ। ਅੱਜ ਅਸੀਂ ਵੇਖਣਾ ਕਿ ਅਸੀਂ ਲੈਣਾ ਹੈ ਕਿ ਜਾਂ ਅਸੀਂ ਪਰਮੇਸ਼ਵਰ ਨੂੰ ਅੱਜ ਕੁਝ ਦੇਣਾ ਹੈ। ਕਿਉਂਕਿ ਹਰ ਰੋਜ਼ ਖੁਦਾ ਦਾ ਵਚਨ ਜਿੱਦਾਂ ਅਸੀਂ ਪੜ੍ਹਦੇ ਹਾਂ, ਉਹ ਨਵੇਂ ਤੋਂ ਨਵਾਂ ਸਾਨੂੰ ਕੀ ਕਰਦਾ ਹੈ, ਗੱਲਾਂ ਸਿਖਾਉਂਦਾ ਹੈ। ਭਾਵੇਂ ਇੱਕ ਐਤ ਨੂੰ ਅਸੀਂ ਬਾਰ-ਬਾਰ ਪੜ੍ਹੀਏ, ਉਹ ਹਰ ਰੋਜ਼ ਇੱਕ ਨਵੀਂ ਗੱਲ ਸਾਡੀ ਜ਼ਿੰਦਗੀ ਦੇ ਅੰਦਰ ਲੈ ਕੇ ਆਉਂਦੀ ਹੈ। ਕਿਉਂਕਿ ਖੁਦਾ ਦਾ ਵਚਨ ਵੀ ਆਖਦਾ ਕਿ ਵੇਖ ਮੈਂ ਕੀ ਕਰਦਾ ਹਾਂ, ਤੇਰੇ ਕੋਲ ਛੇਤੀ ਆਉਂਦਾ ਹਾਂ। ਪਰ ਉਹਦੇ ਕੋਲ ਜਿਹੜਾ ਇਸ ਪਰਮੇਸ਼ਵਰ ਦੀ ਬਾਣੀ ਨੂੰ ਪੜ੍ਹਦਾ ਹੈ, ਸੁਣਦਾ ਹੈ, ਉਹਦੇ ਉੱਤੇ ਅਮਲ ਕਰਦਾ ਹੈ ਤੇ ਉਹਦੇ ਉੱਤੇ ਚੱਲਦਾ ਹੈ, ਉਸ ਇਨਸਾਨ ਦੇ ਕੋਲ ਪਰਮੇਸ਼ਵਰ ਕੀ ਕਰਦਾ ਹੈ, ਆਉਂਦਾ ਹੈ। ਔਰ ਇਸੇ ਦੀ 12 ਐਤ ਪੜ੍ਹਦੇ ਹਾਂ, ਵੇਖ ਮੈਂ ਛੇਤੀ ਆਉਂਦਾ ਹਾਂ ਅਤੇ ਫਲ ਮੇਰੇ ਕੋਲ ਹੈ, ਭਾਈ ਹਰੇਕ ਜਿਹਾ ਜਿਸ ਦਾ ਕੰਮ ਹੈ ਤੈਸਾ ਉਸ ਨੂੰ ਬਦਲਾ ਦੇਵਾਂ। ਆਮੀਨ। ਇਸ ਜਗ੍ਹਾ ਤੇ ਵੀ ਖੁਦਾ ਦਾ ਵਚਨ ਕੀ ਕਹਿ ਰਿਹਾ ਕਿ ਵੇਖ ਮੈਂ ਕੀ ਕਰਦਾ ਹਾਂ, ਛੇਤੀ ਆਉਂਦਾ। ਉਸ ਜਗ੍ਹਾ ਤੇ ਵੀ ਹੀ ਕਿ ਵੇਖ ਮੈਂ ਛੇਤੀ ਆਉਂਦਾ, ਪਰ ਉਹਦੇ ਕੋਲ ਜਿਹੜਾ ਇਸ ਅਗੰਮ ਵਾਕ ਦੀਆਂ ਬਾਣੀਆਂ ਨੂੰ ਸੁਣਦਾ, ਪੜ੍ਹਦਾ ਤੇ ਉਹਦੀ ਪਾਲਣਾ ਕਰਦਾ ਹੈ। ਔਰ ਇਸ ਜਗ੍ਹਾ ਤੇ ਲਿਖਿਆ ਵੇਖ ਮੈਂ ਛੇਤੀ ਆਉਂਦਾ ਹਾਂ ਤੇ ਫਲ ਮੇਰੇ ਕੋਲ ਹੈ, ਜਿਹਾ ਹਰੇਕ ਇਨਸਾਨ ਦਾ ਕੰਮ ਹੈ ਤੈਸਾ ਉਹਨੂੰ ਕੀ ਕਰਾਂਗਾ, ਮੈਂ ਫਲ ਦੇਵਾਂਗਾ। ਕਿਉਂਕਿ ਫਲ ਲੈਣ ਦੇ ਲਈ ਅਸੀਂ ਕੀ ਕਰਦੇ, ਦਿਨ ਰਾਤ ਮਿਹਨਤ ਕਰਦੇ ਹਾਂ ਕਿ ਅਸੀਂ ਕੀ ਕਰੀਏ, ਇੱਕ ਚੰਗਾ ਫਲ ਪ੍ਰਾਪਤ ਕਰ ਸਕੀਏ। ਮਜ਼ਦੂਰ ਵੀ ਮਜ਼ਦੂਰੀ ਸਵੇਰ ਤੋਂ ਲੱਗਦਾ ਹੈ, ਸ਼ਾਮ ਤੱਕ ਮਜ਼ਦੂਰੀ ਕਰਦਾ ਹੈ। ਉਹ ਆਪਣੀ ਮਿਹਨਤ ਦੇ ਨਾਲ ਜਿੰਨੇ ਉਹਦਾ ਸਰੀਰ ਦੇ ਵਿੱਚ ਦਮ ਹੁੰਦਾ ਹੈ, ਉਹਦੇ ਨਾਲ ਕੀ ਕਰਦਾ, ਪੂਰਾ ਜ਼ੋਰ ਲਾਉਂਦਾ ਹੈ ਕਿ ਮੈਂ ਕੀ ਕਰਾਂ, ਆਪਣੇ ਮਾਲਕ ਦੇ ਕੋਲੋਂ ਕੀ ਕਰਾਂ, ਚੰਗੀ ਮਿਹਨਤ ਲੈ ਸਕਾਂ। ਅੱਜ ਅਸੀਂ ਵੀ ਆਪਣੇ ਜੀਵਨ ਦੇ ਵਿੱਚ ਦੇਖਣਾ ਹੈ ਕਿ ਅਸੀਂ ਕਿੰਨੀ ਕੁ ਮਿਹਨਤ ਕਰਦੇ ਪਏ ਹਾਂ, ਕਿੰਨਾ ਕੁ ਅਸੀਂ ਚਾਲ ਚੱਲਣ ਚੱਲਦੇ ਪਏ ਹਾਂ, ਕਿੰਨੀ ਕੁ ਅਸੀਂ ਪਰਮੇਸ਼ਵਰ ਦੀ ਬਾਣੀ ਪੜ੍ਹਦੇ ਪਏ ਹਾਂ, ਕਿੰਨੀ ਕੁ ਪਰਮੇਸ਼ਵਰ ਦੀਆਂ ਗੱਲਾਂ ਦੀ ਪਾਲਣਾ ਕਰਦੇ ਪਏ ਹਾਂ, ਕਿੰਨਾ ਕੁ ਉਹਦੇ ਉੱਤੇ ਚਿੱਤ ਲਾਉਂਦੇ ਪਏ ਹਾਂ, ਕਿੰਨਾ ਕੁ ਉਹਦੇ ਉੱਤੇ ਮਨ ਲਾਉਂਦੇ ਪਏ ਹਾਂ ਕਿ ਪਰਮੇਸ਼ਵਰ ਸਾਨੂੰ ਇੱਕ ਚੰਗਾ ਫਲ ਦੇ ਸਕੇ। ਕਿਉਂਕਿ ਫਲ ਅਸੀਂ ਪਰਮੇਸ਼ਵਰ ਦੇ ਕੋਲੋਂ ਪ੍ਰਾਪਤ ਕਰਨਾ ਹੈ, ਫਲ ਪਰਮੇਸ਼ਵਰ ਦੇ ਕੋਲੋਂ ਲੈਣਾ ਹੈ ਤੇ ਦੇਣਾ ਉਹਨੂੰ ਹੈ ਜਿਹੜਾ ਉਸ ਪਰਮੇਸ਼ਵਰ ਦੀ ਬਾਣੀ ਨੂੰ ਪੜ੍ਹੇਗਾ, ਸੁਣੇਗਾ ਤੇ ਉਹਦੇ ਉੱਤੇ ਅਮਲ ਕਰੇਗਾ। ਹਾਲੇਲੂਇਆ। ਕਿਉਂਕਿ ਅਸੀਂ ਇਸੇ ਦੇ 14 ਅਧਿਆਇ ਉਹਦੀ 14 ਐਤ ਤੋਂ ਪੜ੍ਹਦੇ ਹਾਂ, ਮੈਂ ਨਿਗਾਹ ਕੀਤੀ ਕਿ ਵੇਖਦਾ ਹਾਂ ਇੱਕ ਚਿੱਟਾ ਬੱਦਲ ਹੈ ਅਤੇ ਉਸ ਬੱਦਲ ਉੱਤੇ ਮਨੁੱਖ ਦੇ ਪੁੱਤਰ ਵਰਗਾ ਕੋਈ ਆਪਣੇ ਸਿਰ ਉੱਤੇ ਸੋਨੇ ਦਾ ਮੁਕਟ ਪਹਿਨੀ, ਆਪਣੇ ਹੱਥ ਉੱਤੇ ਤਿੱਖੀ ਤਲਵਾਰ ਫੜੀ ਬੈਠਾ ਹੈ। ਆਮੀਨ। ਅਸੀਂ ਕੀ ਵੇਖਿਆ, ਮੈਂ ਨਿਗਾਹ ਕੀਤੀ, ਕੀ ਦੇਖਦਾ ਹਾਂ ਕਿ ਇੱਕ ਚਿੱਟਾ ਬੱਦਲ ਹੈ, ਉਸ ਬੱਦਲ ਉੱਤੇ ਮਨੁੱਖ ਦੇ ਪੁੱਤਰ ਵਰਗਾ ਕੋਈ ਉਸ ਦੇ ਉੱਤੇ ਬੈਠਾ ਹੋਇਆ ਹੈ ਤੇ ਉਹਦੇ ਸਿਰ ਦੇ ਉੱਤੇ ਸੋਨੇ ਦਾ ਮੁਕਟ ਹੈ।
और उसके हाथ में एक तिखी दातरी फड़ी बैठा है। अज परमेश्वर फल लैण दे लई साडे कोल आ रहा है ते उन्हें की कीती, एक दातरी हथ दे विच फड़ी हुई है ਅਤੇ एक होर दूत हैकल विचों निकलिया ते जिहड़ा ਬੱਦਲ उत्ते बैठा सी ਉਹਨੂੰ ਵੱਡੀ आवाज़ दे नाल हाक मार के आख्या, अपनी दातरी फेर ਅਤੇ ਵੱਢ ਸੁੱਟ, क्यों जो ਵੱਢਣ ਦਾ ਸਮਾਂ आ गया है, इसलिए धरती की फसल बहुत पक चुकी है। ਜਿਹੜਾ ਬੱਦਲ ਉੱਤੇ ਬੈਠਾ ਸੀ ਉਸਨੇ ਦਾਤਰੀ ਫੇਰੀ ਤੇ ਧਰਤੀ ਉੱਤੇ ਫੇਰੀ ਅਤੇ ਸਾਰੀ ਫਸਲ ਵੱਢੀ ਗਈ। ਆਮੀਨ। ਹੁਣ ਉਹਨੇ ਜਿਸ ਪਰਮੇਸ਼ਵਰ ਦੇ ਦੂਤ ਨੇ, ਜਿਹਨੂੰ ਪਰਮੇਸ਼ਵਰ ਨੇ ਆਖਿਆ ਕਿ ਤੂੰ ਦਾਤਰੀ ਫੇਰ ਤੇ ਸਾਰੀ ਫਸਲ ਵੱਢ ਸੁੱਟ ਤੇ ਇਥੋਂ ਫਲ ਇਕੱਠਾ ਕਰ। ਹੁਣ ਫਲ ਪਰਮੇਸ਼ਵਰ ਨੇ ਲੈਣਾ। ਹੁਣ ਸਾਨੂੰ ਨਹੀਂ ਪਤਾ ਕਿ ਸਾਡੀ ਫਲ ਕਿੱਦਾਂ ਦਾ ਹੈ। ਅਸੀਂ ਸਵੇਰ ਤੋਂ ਲੈ ਕੇ ਹੁਣ ਤੱਕ ਕੰਮ ਜੋ ਕਰਦੇ ਹਾਂ, ਧੰਦੇ ਕਰਦੇ ਹਾਂ, ਉਹ ਸਾਨੂੰ ਪਤਾ ਹੈ ਕਿ ਅਸੀਂ ਕਿੱਦਾਂ ਦੇ ਚੰਗੇ ਕੰਮ ਕੀਤੇ ਕਿ ਮਾੜੇ ਕੰਮ ਕੀਤੇ। ਆਪਣੇ ਜੀਵਨ ਦੇ ਵਿੱਚ ਅੱਜ ਕਿੰਨੇ ਪਾਪ ਕੀਤੇ ਸਾਨੂੰ ਸਭ ਪਤਾ ਹੈ। ਪਰ ਪਰਮੇਸ਼ਵਰ ਆਖਦਾ ਤੂੰ ਕੀ ਕਰ, ਨਿਗਾਹ ਕਰ। ਪੌਲੁਸ ਰਸੂਲ ਕੋਰਿੰਥੀਆਂ ਦੀ ਕਲੀਸਿਆ ਦੇ ਵਿੱਚ ਆਖਦਾ ਹੈ, ਹਰ ਜਨ ਆਪਣੇ ਆਪ ਨੂੰ ਪਰਖੇ ਤੇ ਇਉਂ ਇਸ ਰੋਟੀ ਦੇ ਵਿੱਚੋਂ ਖਾਵੇ ਤੇ ਪਿਆਲੇ ਦੇ ਪੀਵੇ। ਜਿਹੜਾ ਅਯੋਗਤਾ ਦੇ ਨਾਲ ਖਾਂਦਾ ਤੇ ਪੀਂਦਾ ਹੈ ਉਹ ਇੱਕ ਦਿਨ ਆਪਣੇ ਉੱਤੇ ਡੰਡ ਲਾਉਂਦਾ ਹੈ। ਕਿਉਂਕਿ ਅੱਜ ਅਸੀਂ ਜਾਂਚ ਨਹੀਂ ਆਪਣੀ ਕਰਦੇ, ਪਰਖ ਨਹੀਂ ਕਰਦੇ। ਜੋ ਮਨ ਦੇ ਵਿੱਚ ਆਉਂਦਾ ਉਹ ਕਰੀ ਜਾਂਦੇ, ਜੋ ਦਿਲ ਦੇ ਵਿੱਚ ਆਉਂਦਾ ਉਹ ਕਰੀ ਜਾਂਦੇ, ਪਰ ਕੋਈ ਫਲ ਨਹੀਂ। ਕਿਉਂਕਿ ਪ੍ਰਭੂ ਯੀਸ਼ੂ ਮਸੀਹ ਵੀ ਇੱਕ ਦਿਨ ਕੀ ਕੀਤਾ, ਜਦ ਉਹਨਾਂ ਨੂੰ ਭੁੱਖ ਲੱਗੀ ਤੇ ਹੰਜੀਰ ਦੇ ਦਰਖਤ ਦੇ ਕੋਲ ਫਲ ਦੀ ਆਸ ਦੇ ਵਿੱਚ ਗਏ ਕਿ ਮੈਂ ਕੀ ਕਰਾਂ, ਉਹਦੇ ਕੋਲੋਂ ਕੋਈ ਫਲ ਲਵਾਂ ਤੇ ਖਾਵਾਂ। ਤੇ ਜਦੋਂ ਫਲ ਲੈਣ ਦੇ ਲਈ ਉਹਦੇ ਕੋਲ ਗਏ ਤੇ ਉਸ ਵੇਲੇ ਹੰਜੀਰ ਦੇ ਫਲ ਦੀ ਰੁੱਤ ਨਹੀਂ ਸੀ। ਪਰ ਪ੍ਰਭੂ ਉਹਦੇ ਕੋਲੋਂ ਕੁਝ ਫਲ ਚਾਹੁੰਦੇ ਸਨ। ਜਦ ਉਹਦੇ ਉੱਤੇ ਫਲ ਨਾ ਦੇਖਿਆ ਤੇ ਉਹਨੂੰ, ਪ੍ਰਭੂ ਨੂੰ, ਯਿਸੂ ਨੂੰ ਕੀ ਹੋਇਆ, ਦੁੱਖ ਲੱਗਾ ਕਿ ਮੈਂ ਇਹਦੇ ਕੋਲ ਇੱਕ ਫਲ ਲੈਣ ਦੀ ਆਸ ਦੇ ਵਿੱਚ ਆਇਆ ਤੇ ਇਹਦੇ ਕੋਲ ਤੇ ਫਲ ਹੀ ਨਹੀਂ ਹੈਗਾ। ਤੇ ਉਹਨਾਂ ਨੇ ਇੱਕ ਉਹਨੂੰ ਸ਼ਰਾਪ ਦਿੱਤਾ ਕਿ ਅੱਜ ਤੋਂ ਬਾਅਦ ਤੇਰਾ ਕੋਈ ਵੀ ਫਲ ਨਾ ਖਾਵੇ, ਤੇ ਉਹ ਦਰਖਤ ਸੁੱਕ ਗਿਆ। ਹੁਣ ਪਰਮੇਸ਼ਵਰ ਦਾ ਨਹੀਂ ਪਤਾ ਕਿ ਉਹਨੇ ਕਿਹੜੀ ਰੁੱਤੇ, ਕਿਹੜੇ ਮਹੀਨੇ, ਕਿਹੜੇ ਹਫ਼ਤੇ ਦੇ ਵਿੱਚ ਆ ਜਾਣਾ ਹੈ। ਤੇ ਉਹਨੇ ਕਹਿਣਾ ਫਲ ਕਿੱਥੇ ਆ, ਤੇ ਅਸੀਂ ਕੀ ਕਹਿਣਾ, ਪਰਮੇਸ਼ਵਰ ਅਜੇ ਰੁੱਤ ਹੀ ਨਹੀਂ ਹੈਗੀ ਫਲ ਦੀ, ਤੇ ਅਸੀਂ ਫਲ ਕਿੱਦਾਂ ਦਈਏ। ਕਿਉਂਕਿ ਖੁਦਾ ਦਾ ਵਚਨ ਯਹੂਨਾ ਦੀ ਅੰਜੀਲ ਉਹਦਾ 15 ਅਧਿਆਇ ਉਹਦੀ 1 ਐਤ ਤੋਂ ਲਿਖਿਆ ਹੈ, ਮੈਂ ਸੱਚੀ ਅੰਗੂਰ ਦੀ ਬੇਲ ਹਾਂ ਤੇ ਤੁਸੀਂ ਮੇਰੀਆਂ ਕੀ ਹੋ, ਟਾਹਣੀਆਂ ਹੋ। ਜਿਹੜੀ ਟਾਹਣੀ ਮੇਰੇ ਵਿੱਚ ਰਹਿੰਦੀ ਹੈ ਉਹ ਫਲਦਾਰ ਹੋਵੇਗੀ ਤੇ ਜਿਹੜੀ ਮੇਰੇ ਵਿੱਚ ਨਹੀਂ ਰਹਿੰਦੀ ਉਹ ਫਲਦਾਰ ਕਦੀ ਵੀ ਨਹੀਂ ਹੋਵੇਗੀ। ਉਹ ਇੱਕ ਦਿਨ ਛਾਂਗੀ ਜਾਵੇਗੀ ਤੇ ਸੁੱਟੀ ਜਾਵੇਗੀ, ਲੋਕ ਉਹਨੂੰ ਇਕੱਠਿਆ ਕਰਨਗੇ ਤੇ ਅੱਗ ਦੇ ਵਿੱਚ ਝੋਕ ਦੇਣਗੇ, ਜਿੱਥੇ ਅੱਖੀਆਂ ਦਾ ਰੋਣਾ, ਦੰਦਾਂ ਦਾ ਪੀਸਣਾ ਤੇ ਕਚੀਚੀਆਂ ਦਾ ਵੱਟਣਾ ਹੈ। ਹੁਣ ਵੇਖੋ ਕਿ ਫਲ ਅੰਗੂਰ ਦੀ ਬੇਲ ਵੀ ਦਿੰਦੀ ਆ, ਪਰ ਕੁਝ ਖੱਟਾ ਹੁੰਦਾ ਤੇ ਕੁਝ ਮਿੱਠਾ ਹੁੰਦਾ ਹੈ। ਤੇ ਕੁਝ ਟਾਹਣੀਆਂ ਜਿਹੜੀਆਂ ਉਸ ਤੋਂ ਬਾਹਰ ਚਲੇ ਜਾਂਦੀਆਂ ਹਨ ਵੇਲ ਤੋਂ, ਉਹ ਵੀ ਫਲ ਨਹੀਂ ਦਿੰਦੀਆਂ। ਲੋਕ ਉਹਨੂੰ ਇਕੱਠਿਆਂ ਕਰਦੇ ਤੇ ਅੱਗ ਦੇ ਵਿੱਚ ਝੋਕ ਦਿੰਦੇ। ਤੇ ਪਰਮੇਸ਼ਵਰ ਦੀ ਬਾਣੀ ਆਖਦੀ, ਮੈਂ ਉਸ ਅੱਗ ਦੇ ਵਿੱਚ ਭੇਜਾਂਗਾ ਜਿੱਥੇ ਅੱਖੀਆਂ ਦਾ ਰੋਣਾ, ਦੰਦਾਂ ਦਾ ਪੀਸਣਾ ਤੇ ਕਚੀਚੀਆਂ ਦਾ ਵੱਟਣਾ ਹੈ। ਜੇ ਅੱਜ ਸਾਡੇ ਕੋਲ ਫਲ ਨਹੀਂ ਤੇ ਅਸੀਂ ਵੀ ਉਸ ਦੋਜਕ ਦੀ ਅੱਗ ਦੇ ਕਾਰਨ ਬਣਾਂਗੇ। ਅਸੀਂ ਉਸ ਨਗਰੀ ਦੇ ਅੰਦਰ ਨਹੀਂ ਜਾ ਸਕਦੇ, ਕਿਉਂਕਿ ਉਸ ਨਗਰੀ ਦੇ ਅੰਦਰ ਉਹ ਲੋਕ ਜਾਣਗੇ ਜਿਨ੍ਹਾਂ ਨੇ ਆਪਣੇ ਆਪ ਨੂੰ ਕਦੀ ਭ੍ਰਿਸ਼ਟ ਨਹੀਂ ਕੀਤਾ। ਕਿਉਂਕਿ ਖੁਦਾ ਦਾ ਵਚਨ 14 ਅਧਿਆਇ ਉਹਦੀ 4 ਐਤ ਤੋਂ ਲਿਖਦਾ ਹੈ, ਇਹ ਉਹ ਹਨ ਜਿਹੜੇ ਤੀਵੀਆਂ ਦੇ ਨਾਲ ਭ੍ਰਿਸ਼ਟ ਨਹੀਂ ਹੋਏ, ਕਿਉਂ ਜੋ ਇਹ ਕੁਆਰੇ ਹਨ। ਪਹਿਲੇ ਲੋਕ ਜਿਹੜੇ ਪਰਮੇਸ਼ਵਰ ਦੀ ਨਗਰੀ ਦੇ ਵਿੱਚ ਜਾਣਗੇ ਉਹ ਲੋਕ ਨੇ ਜਿਹੜੇ ਤੀਵੀਆਂ ਤੋਂ ਕਦੀ ਵੀ ਭ੍ਰਿਸ਼ਟ ਨਹੀਂ ਹੋਏ, ਕਿਉਂ ਜੋ ਅਜੇ ਤੱਕ ਕੁਆਰੇ ਹਨ। ਹਾਲੇਲੂਇਆ। ਉਹ ਪਹਿਲੇ ਲੋਕ ਨੇ
ਜਿਹੜੇ ਖੁਦਾ ਦੀ ਉਸ ਨਗਰੀ ਦੇ ਅੰਦਰ ਜਾਣਗੇ, ਇਹ ਉਹ ਹਨ ਭਾਈ ਜਿੱਥੇ ਕਿਤੇ ਲੇਲਾ ਜਾਂਦਾ ਹੈ ਉਹ ਉਹਦੇ ਮਗਰ ਮਗਰ ਤੁਰਦੇ ਹਨ। ਇਹ ਪਰਮੇਸ਼ਵਰ ਦੇ ਲੇਲੇ ਲਈ ਪਹਿਲਾ ਫਲ ਹੋਣ ਨੂੰ ਮਨੁੱਖਾਂ ਵਿੱਚੋਂ ਮੁੱਲ ਲਏ ਗਏ ਹਨ। ਆਮੀਨ, ਹਾਲੇਲੂਇਆ। ਹੁਣ ਉਹ ਫਲ ਇਹਨਾਂ ਨੇ ਪ੍ਰਾਪਤ ਕਰਨਾ, ਪਹਿਲਾ ਫਲ ਉਹ ਲੋਕ ਨੇ ਜਿੱਥੇ ਜਿੱਥੇ ਪਰਮੇਸ਼ਵਰ ਜਾਂਦਾ ਹੈ, ਉਹ ਲੇਲਾ ਜਾਂਦਾ ਹੈ, ਉਹਦੇ ਮਗਰ ਮਗਰ ਚੱਲਦੇ ਨੇ ਤੇ ਜੋ ਕੰਮ ਕਹਿੰਦਾ ਉਹ ਕਰਦੇ ਨੇ। ਉਹ ਫਿਰ ਪਹਿਲਾ ਫਲ ਹੋਣਗੇ ਜੋ ਮਨੁੱਖਾਂ ਕੋ ਮੁੱਲ ਲਏ ਗਏ ਹਨ। ਆਮੀਨ, ਹਾਲੇਲੂਇਆ। ਉਹ ਕੁਆਰੇ ਲੋਕ ਜਿਹੜੇ ਤੀਵੀਆਂ ਤੋਂ ਕਦੀ ਭ੍ਰਿਸ਼ਟ ਨਹੀਂ ਹੋਏ, ਜਿਨ੍ਹਾਂ ਦੇ ਮਨ ਦੇ ਵਿੱਚ ਪਾਪ ਨਹੀਂ ਆਇਆ, ਵਿਚਾਰ ਨਹੀਂ ਆਇਆ, ਕੋਈ ਗੁਨਾਹ ਨਹੀਂ ਆਇਆ, ਉਹ ਅਲੱਗ ਕਰ ਦਿੱਤੇ ਗਏ ਪਰਮੇਸ਼ਵਰ ਦੇ ਰਾਜ ਦੇ ਲਈ। ਉਹ ਪਹਿਲੇ ਫਲ ਵਰਗੇ ਹੋ ਗਏ ਕਿ ਅੱਜ ਤੋਂ ਪਹਿਲਾ ਫਲ ਤੁਸੀਂ ਜੇ। ਔਰ ਖੁਦਾ ਦਾ ਵਚਨ ਅੱਗੇ ਲਿਖਦਾ ਹੈ, ਉਹਨਾਂ ਦੇ ਮੂੰਹੋਂ ਕੋਈ ਝੂਠ ਨਹੀਂ ਨਿਕਲਿਆ, ਉਹ ਨਿਰਦੋਸ਼ ਹਨ। ਉਹਨਾਂ ਨੇ ਆਪਣੇ ਮੂੰਹ ਦੇ ਵਿੱਚੋਂ ਕਦੀ ਵੀ ਝੂਠ ਨਹੀਂ ਬੋਲਿਆ ਤੇ ਉਹ ਹਮੇਸ਼ਾ ਖੁਦਾ ਦੀਆਂ ਅੱਖਾਂ ਦੇ ਵਿੱਚ ਨਿਰਦੋਸ਼ ਹਨ। ਮੈਂ ਇੱਕ ਦੂਤ ਨੂੰ ਸਦੀਪਕ ਕਾਲ ਦੀ ਅੰਜੀਲ ਨਾਲ ਆਕਾਸ਼ ਉੱਤੋਂ ਉੜਦਿਆਂ ਡਿਠਾ, ਭਾਈ ਧਰਤੀ ਦੇ ਵਾਸੀਆਂ ਅਤੇ ਹਰੇਕ ਕੌਮ, ਹਰੇਕ ਗੋਤ, ਭਾਖਿਆ ਅਤੇ ਉਮਤ ਦੀ ਖੁਸ਼ਖਬਰੀ ਸੁਣਾਵੇ ਅਤੇ ਉਸ ਨੂੰ ਵੱਡੀ ਆਵਾਜ਼ ਨਾਲ ਆਖਿਆ, ਭਾਈ ਪਰਮੇਸ਼ਵਰ ਤੋਂ ਡਰੋ ਅਤੇ ਉਹਦੀ ਵਡਿਆਈ ਕਰੋ, ਇਸ ਲਈ ਜੋ ਉਹਦੇ ਨਿਆਂ ਦਾ ਸਮਾਂ ਆ ਪੁੱਜਾ ਹੈ ਅਤੇ ਜਿਹਨੇ ਆਕਾਸ਼ ਅਤੇ ਧਰਤੀ, ਸਮੁੰਦਰ, ਪਾਣੀਆਂ, ਸੁੰਭਾਂ ਨੂੰ ਬਣਾਇਆ। ਤੁਸਾਂ ਉਹਨੂੰ ਮੱਥਾ ਟੇਕੋ। ਆਮੀਨ, ਹਾਲੇਲੂਇਆ। ਹੁਣ ਕੀ ਕੀਤਾ? ਇੱਕ ਆਕਾਸ਼ ਤੋਂ ਦੂਤ ਦੇਖਿਆ ਉੱਡਦਾ ਹੋਇਆ ਕਿ ਉਹ ਧਰਤੀ ਦੇ ਵਾਸੀਆਂ ਤੇ ਹਰੇਕ ਕੌਮ, ਹਰੇਕ ਗੁੱਤ, ਹਰੇਕ ਭਾਖਿਆ, ਹਰੇਕ ਉਮਤ ਨੂੰ ਖੁਸ਼ਖਬਰੀ ਖੁਦਾ ਦੀ ਸੁਣਾਵੇ ਅਤੇ ਉਸ ਵੱਡੀ ਆਵਾਜ਼ ਨਾਲ ਆਖਿਆ, ਭਾਈ ਪਰਮੇਸ਼ਵਰ ਤੋਂ ਡਰੋ, ਉਹਦੀ ਵਡਿਆਈ ਕਰੋ, ਕਿਉਂ ਜੋ ਉਹਦੇ ਨਿਆਂ ਦਾ ਸਮਾਂ ਆ ਪੁੱਜਿਆ ਹੈ ਅਤੇ ਆਕਾਸ਼ ਅਤੇ ਧਰਤੀ, ਸਮੁੰਦਰ ਅਤੇ ਪਾਣੀਆਂ, ਸੁੰਭਾਂ ਜੋ ਬਣਾਈਆਂ ਹਨ, ਉਹਨੂੰ ਮੱਥਾ ਟੇਕੋ। ਹਾਲੇਲੂਇਆ। ਹੁਣ ਉਤਪਤ ਦੀ ਕਿਤਾਬ ਨੂੰ ਅਸੀਂ ਪੜ੍ਹੀਏ ਤੇ ਉੱਥੇ ਸਾਫ਼-ਸਾਫ਼ ਲਿਖਿਆ ਕਿ ਜਦ ਪਰਮੇਸ਼ਵਰ ਨੇ ਇਸ ਧਰਤੀ ਨੂੰ ਉਤਪੰਨ ਕੀਤਾ, ਧਰਤੀ ਬਿੰਡੋਲ ਅਤੇ ਸੁੰਜਵੀਂ ਸੀ। ਉਸਨੇ ਆਪਣੇ ਸ਼ਬਦ ਦੁਆਰਾ ਸਭੋ ਕੁਝ ਕਿਹਾ ਤੇ ਸਭੋ ਕੁਝ ਹੋ ਗਿਆ। ਪਾਣੀ ਅੱਡ ਹੋ ਗਿਆ, ਧਰਤੀ ਬਣ ਗਈ, ਸੂਰਜ ਬਣ ਗਿਆ, ਚੰਦਰਮਾ ਬਣ ਗਿਆ, ਆਕਾਸ਼ ਬਣ ਗਈ, ਧਰਤੀ ਬਣ ਗਈ, ਸਭੋ ਕੁਝ ਬਣ ਗਿਆ। ਜੀਵ ਜੰਤੂ ਬਣ ਗਏ, ਪੇੜ ਪੌਦੇ ਬਣ ਗਏ, ਹਰ ਇੱਕ ਚੀਜ਼ ਬਣ ਗਈ ਸ਼ਬਦ ਦੇ ਦੁਆਰਾ। ਪਰ ਮਿਹਨਤ ਕਿੱਥੇ ਹੋਈ? ਇੱਕ ਇਨਸਾਨ ਦੇ ਉੱਤੇ ਹੋਈ ਕਿ ਮੈਂ ਕੀ ਕਰ ਰਿਹਾ? ਤੇਰੇ ਉੱਤੇ ਮਿਹਨਤ ਕਰ ਰਿਹਾ ਕਿ ਤੂੰ ਇੱਕ ਚੰਗਾ ਫਲ ਦੇਵੇਂ, ਮੇਰੀ ਆਗਿਆਕਾਰੀ ਦੇ ਵਿੱਚ ਰਵੇਂ, ਮੇਰੇ ਹੁਕਮਨਾਮੇ ਦੇ ਵਿੱਚ ਰਵੇਂ, ਮੇਰੀ ਭਵਿਸ਼ਤਾ ਦੇ ਵਿੱਚ ਰਵੇਂ। ਜਦ ਪਰਮੇਸ਼ਵਰ ਨੇ ਆਦਮੀ ਨੂੰ ਬਣਾਇਆ ਤਾਂ ਵੇਖਣ ਨੂੰ ਸੋਹਣਾ ਸੀ, ਪਰਮੇਸ਼ਵਰ ਦੇ ਸਰੂਪ ਦੇ ਉੱਤੇ ਸੀ। ਪਰਮੇਸ਼ਵਰ ਨੇ ਉਹਦੀਆਂ ਨਾਸਾਂ ਦੇ ਵਿੱਚ ਜੀਵਨ ਦਾ ਸਾਹ ਫੂਕਿਆ ਤੇ ਉਹ ਜਿਉਂਦੀ ਜਾਨ ਹੋ ਗਿਆ। ਪਰਮੇਸ਼ਵਰ ਨੇ ਉਹਦੇ ਨਾਲ ਹੱਸਣਾ ਖੇਡਣਾ ਸ਼ੁਰੂ ਕੀਤਾ, ਉਹਦੇ ਨਾਲ ਗੱਲਬਾਤ ਕਰਨੀ ਸ਼ੁਰੂ ਕੀਤੀ। ਔਰ ਇੱਕ ਦਿਨ ਪਰਮੇਸ਼ਵਰ ਨੇ ਚਾਹਿਆ ਕਿ ਮੈਂ ਜਦੋਂ ਚਲਿਆ ਜਾਂਦਾ ਇਹ ਉਦਾਸ ਹੋ ਜਾਂਦਾ, ਇਹਦੇ ਲਈ ਇੱਕ ਤੀਵੀਂ ਬਣਾਈ ਜਾਵੇ ਜੋ ਇਹਦੇ ਨਾਲ ਰਵੇ, ਇਹਦੇ ਅੰਗ ਸੰਗ ਰਵੇ ਤੇ ਇਹਦੇ ਨਾਲ ਹੱਸੇ ਤੇ ਖੇਡੇ। ਪਰਮੇਸ਼ਵਰ ਨੇ ਆਦਮ ਨੂੰ ਮਿੱਠੀ ਨੀਂਦ ਸਵਾਇਆ ਤੇ ਉਹਦੀ ਪਸਲੀਆਂ ਦੇ ਵਿੱਚੋਂ ਪਸਲੀ ਕੱਢ ਕੇ ਔਰਤ ਨੂੰ ਤਿਆਰ ਕੀਤਾ ਤੇ ਔਰਤ ਜਦ ਜਿਉਂਦੀ ਜਾਨ ਹੋਈ ਤੇ ਉਹ ਆਦਮ ਦੇ ਨਾਲ ਰਹਿਣ ਲੱਗੀ, ਹੱਸਣ ਖੇਡਣ ਲੱਗੀ। ਪਰ ਇੱਕ ਦਿਨ ਸ਼ੈਤਾਨ ਉਹਨਾਂ ਦੀ ਜ਼ਿੰਦਗੀ ਦੇ ਅੰਦਰ ਆਇਆ। ਉਹਨੇ ਆਖਿਆ ਕਿ ਇਹ ਫਲ ਖਾ ਜਿਹੜਾ ਪਰਮੇਸ਼ਵਰ ਨੇ ਮਨਾ ਕੀਤਾ ਹੈ। ਉਹ ਫਲ ਜੇ ਖਾਏਂਗੀ ਤੇ ਤੂੰ ਕੀ ਕਰੇਂਗੀ? ਆਜ਼ਾਦ ਹੋ ਜਾਵੇਂਗੀ, ਤੇਰੀਆਂ ਅੱਖਾਂ ਖੁੱਲ ਜਾਣਗੀਆਂ, ਤੂੰ ਭਲੇ ਤੇ ਬੁਰੇ ਦੀ ਪਹਿਚਾਣ ਕਰੇਂਗੀ। ਉਹਨੇ ਆਪ ਵੀ ਫਲ ਖਾਧਾ ਤੇ ਉਹਨੂੰ ਔਰਤ ਨੂੰ ਵੀ ਖਵਾ ਦਿੱਤਾ ਤੇ ਔਰਤ ਨੇ ਜਦ ਖਾਧਾ ਤੇ ਉਹਦੀਆਂ ਪਾਪ ਵਾਲੀਆਂ ਅੱਖਾਂ ਖੁੱਲ ਗਈਆਂ। ਇੱਕ ਉਹ ਫਲ ਸੀ ਜਿਹੜਾ ਪਰਮੇਸ਼ਵਰ ਨੇ ਮਨਾ ਕਰ ਦਿੱਤਾ ਕਿ ਇਹ ਫਲ ਤੁਸੀਂ ਨਹੀਂ ਖਾਣਾ। ਕਿਉਂਕਿ ਅੱਜ ਅਸੀਂ ਫਲ ਵੱਲ ਵੇਖਣਾ ਹੈ। ਇੱਕ ਫਲ ਉਹ ਹੈ ਜਿਹੜਾ ਪਰਮੇਸ਼ਵਰ ਨੇ ਲੈਣ ਸਾਡੇ ਕੋਲੋਂ ਆਉਣਾ ਹੈ, ਇੱਕ ਫਲ ਉਹ ਹੈ ਜਿਹੜਾ ਅਸੀਂ ਪਰਮੇਸ਼ਵਰ ਨੂੰ ਦੇਣਾ ਹੈ, ਇੱਕ ਫਲ ਉਹ
है जिहड़ा साडी जिंदगी दे अंदर उत्पन्न होना है। क्योंकि दाऊद ਦੇ ਅੰਦਰ ਵੀ ਇੱਕ ਮਾੜਾ ਫਲ ਆ ਗਿਆ। ਜਦੋਂ ਪਰਮੇਸ਼ਵਰ ਜੰਗਾਂ ਜਿੱਤਣ ਲੱਗਾ, ਉਹਦੇ ਮਨ ਦੇ ਵਿੱਚ ਹੰਕਾਰ ਆ ਗਿਆ। ਕੋਠੇ ਆਪਣੇ ਛੱਤ ਦੇ ਉੱਤੇ ਖੜਾ ਸੀ, ਜਦ ਉਹਨੇ ਵੇਖਿਆ ਕਿ ਮੇਰੇ ਇੱਕ ਸਿਪਾਹੀ ਦੀ ਔਰਤ ਹੈ ਜਿਹੜੀ ਨਹਾ ਰਹੀ ਹੈ, ਉਹ ਵੇਖਣ ਨੂੰ ਬੜੀ ਸੁੰਦਰ ਹੈ, ਉਸ ਨੂੰ ਆਪਣੇ ਮਹਿਲ ਦੇ ਵਿੱਚ ਲੈ ਆਇਆ, ਉਹ ਵੀ ਪਾਪ ਕਰ ਬੈਠਾ। ਕੋਈ ਫਲ ਜਿਹੜਾ ਪਰਮੇਸ਼ਵਰ ਨੇ ਉਹਦੀ ਜ਼ਿੰਦਗੀ ਦੇ ਅੰਦਰ ਰੱਖਿਆ ਸੀ, ਉਹ ਵੀ ਗਵਾ ਬੈਠਾ, ਕਿਉਂਕਿ ਉਹ ਜੋ ਖੁਦਾ ਉਹਦੇ ਕੋਲੋਂ ਚਾਹੁੰਦਾ ਸੀ, ਉਹਨੇ ਸਭੋ ਕੰਮ ਉਲਟ ਕਰ ਦਿੱਤਾ। ਅੱਗੇ ਅਸੀਂ ਖੁਦਾ ਦੀ ਵਚਨ ਦੇ ਵਿੱਚੋਂ ਪੜ੍ਹਦੇ ਹਾਂ, ਉਹਦੇ ਪਿੱਛੋਂ ਇੱਕ ਦੂਤ ਇਹ ਕਹਿੰਦਾ ਆਇਆ, ਭਾਈ ਢਹਿ ਪਈ ਬਾਬੁਲ, ਉਹ ਵੱਡੀ ਨਗਰੀ ਢਹਿ ਪਈ, ਜਿਹਨੇ ਆਪਣੀ ਹਰਾਮਕਾਰੀ ਤੇ ਕ੍ਰੋਧ ਦੇ ਮੈਂ ਸਭਨਾ ਕੌਮਾਂ ਨੂੰ ਪਿਲਾਈ। ਅਮੀਨ, ਹਾਲੇਲੂਇਆ। ਕਿਉਂਕਿ ਅੱਜ ਇੱਕ ਦੂਤ ਹੋਰ ਪਰਮੇਸ਼ਵਰ ਦੀ ਨਗਰੀ ਦੇ ਵਿੱਚੋਂ ਨਿਕਲਿਆ। ਕਹਿੰਦਾ ਢਹਿ ਪਈ ਬਾਬੁਲ ਦੀ ਨਗਰੀ ਢਹਿ ਪਈ। ਕਿਉਂ? ਕਿਉਂਕਿ ਉਹਨੇ ਆਪਣੀ ਜ਼ਿੰਦਗੀ ਅੰਦਰ ਹਰਾਮਕਾਰੀ ਕਰਨੀ ਸ਼ੁਰੂ ਕਰ ਦਿੱਤੀ। ਉਹਨੇ ਆਪਣੀ ਜ਼ਿੰਦਗੀ ਅੰਦਰ ਪਾਪ ਕਰਨਾ ਸ਼ੁਰੂ ਕਰ ਦਿੱਤਾ ਤੇ ਕ੍ਰੋਧ ਦਾ ਪਿਆਲਾ ਉਹਨੇ ਕੀ ਕੀਤਾ? ਸਭਨਾਂ ਨੂੰ ਪਿਆ ਦਿੱਤਾ। ਉਹਨਾਂ ਦੇ ਪਿੱਛੋਂ ਇੱਕ ਤੀਜਾ ਦੂਤ ਹੋਰ ਵੱਡੀ ਆਵਾਜ਼ ਨਾਲ ਕਹਿੰਦਾ ਆਇਆ, ਭਾਈ ਜੋ ਕੋਈ ਉਸ ਦਰਿੰਦੇ ਅਤੇ ਉਸ ਮੂਰਤੀ ਦੀ ਪੂਜਾ ਕਰਦਾ ਹੈ, ਆਪਣੇ ਮੱਥੇ ਜਾਂ ਆਪਣੇ ਹੱਥ ਉੱਤੇ ਉਹਦੇ ਦਾਗ ਲਾਉਂਦਾ ਹੈ, ਉਹ ਪਰਮੇਸ਼ਵਰ ਦੇ ਕ੍ਰੋਧ ਦੀ ਮੈਂ ਪੀਵੇਗਾ, ਕਿਉਂ ਜੋ ਕ੍ਰੋਧ ਦੇ ਪਿਆਲੇ ਵਿੱਚ ਨਖਾਲਸ ਭਰੀ ਹੋਈ ਹੈ, ਅਤੇ ਉਹ ਪਵਿੱਤਰ ਦੂਤਾਂ ਦੇ ਸਾਹਮਣੇ ਲੇਲੇ ਦੇ ਅੱਗੇ ਅੱਗ ਅਤੇ ਗੰਧਕ ਨਾਲ ਨਸ਼ਟ ਪਾਵੇਗਾ। ਆਮੀਨ, ਹਾਲੇਲੂਇਆ। ਇੱਕ ਤੀਜਾ ਦੂਤ ਹੋਰ ਉਸ ਨਗਰੀ ਦੇ ਅੰਦਰੋਂ ਨਿਕਲਿਆ ਅਤੇ ਆਖਦਾ ਹੈ, ਭਾਈ ਉਸ ਦਰਿੰਦੇ ਅਤੇ ਉਸ ਮੂਰਤੀ ਪੂਜਾ ਜੋ ਕਰਦਾ ਹੈ, ਜਾਂ ਆਪਣੇ ਮੱਥੇ ਉੱਤੇ ਜਾਂ ਆਪਣੇ ਹੱਥ ਉੱਤੇ ਉਹਨਾਂ ਦੇ ਦਾਗ, ਉਹਨਾਂ ਦੇ ਨਿਸ਼ਾਨ ਲਾਉਂਦਾ ਹੈ, ਉਹ ਪਰਮੇਸ਼ਵਰ ਦੀ ਕ੍ਰੋਧ ਦੀ ਮੈਂ ਪੀਵੇਗਾ, ਅਤੇ ਉਹ ਪਵਿੱਤਰ ਨਗਰੀ ਅੰਦਰ ਤੇ ਉਸ ਕ੍ਰੋਧ ਦੇ ਪਿਆਲੇ ਵਿੱਚ ਨਖਾਲਸ ਭਰੀ ਹੋਈ ਹੈ, ਅਤੇ ਉਹ ਪਵਿੱਤਰ ਦੂਤਾਂ ਦੇ ਸਾਹਮਣੇ ਲੇਲੇ ਅੱਗੇ ਅੱਗ ਅਤੇ ਗੰਧਕ ਦੇ ਨਾਲ ਨਸ਼ਟ ਪਾਵੇਗਾ। ਆਮੀਨ। ਕਿਉਂਕਿ ਜਿਹਦੇ ਅੰਦਰ ਤੀਜਾ ਪਾਪ ਵੀ ਹੋਵੇਗਾ, ਉਹ ਵੀ ਕੀ ਕਰੇਗਾ? ਉਸ ਦੋਜ਼ਖ ਦੀ ਅੱਗ ਦੇ ਵਿੱਚ ਕੀ ਕਰੇਗਾ? ਜਾਵੇਗਾ। ਅਤੇ ਉਹਨਾਂ ਨੇ ਕਸ਼ਟ ਅਤੇ ਧੂਆਂ ਕਸ਼ਟ ਪਾਵੇਗਾ, ਅਤੇ ਉਹਨਾਂ ਕਸ਼ਟ ਦਾ ਧੂਆਂ ਜੁਗੋ ਜੁਗ ਉੱਠਦਾ ਰਹਿੰਦਾ ਹੈ। ਸੋ ਉਹ ਜਿਹੜੇ ਦਰਿੰਦੇ ਅਤੇ ਉਹਦੀ ਮੂਰਤਾਂ ਦੀ ਪੂਜਾ ਕਰਦੇ ਹਨ, ਉਹ ਜਿਹੜੇ ਉਹਦਾ ਨਾਮ ਦਾ ਦਾਗ ਲਾਉਂਦੇ ਹਨ, ਦਿਨ ਰਾਤ ਚੈਨ ਨਹੀਂ ਪਾਉਂਦੇ। ਆਮੀਨ। ਹੁਣ ਜਿਹੜੇ ਲੋਕ ਦੋਜ਼ਖ ਦੀ ਅੱਗ ਦੇ ਵਿੱਚ ਚਲੇ ਜਾਂਦੇ ਹਨ, ਜਾਂ ਮੂਰਤੀ ਪੂਜਕਾਂ ਵੱਲ ਚਲੇ ਜਾਂਦੇ, ਦੇਵੀ ਦੇਵਤਿਆਂ ਵੱਲ ਚਲੇ ਜਾਂਦੇ, ਪੀਰ ਪਕੰਬਰਾਂ ਵੱਲ ਚਲੇ ਜਾਂਦੇ, ਉਹ ਕਦੀ ਵੀ ਆਪਣੀ ਜ਼ਿੰਦਗੀ ਅੰਦਰ ਚੈਨ ਨਹੀਂ ਪਾਉਂਦੇ, ਕਿਉਂਕਿ ਉਹਨਾਂ ਦੇ ਕੋਲ ਕੋਈ ਫਲ ਨਹੀਂ ਹੈਗਾ। ਤੇ ਜੇ ਉਹਨਾਂ ਦੇ ਕੋਲ ਉਹਨਾਂ ਦੀ ਜੀਵਨ ਦੇ ਵਿੱਚ ਕੋਈ ਫਲ ਹੋਵੇਗਾ, ਤੇ ਫਿਰ ਖੁਦਾ ਕੀ ਕਰੇਗਾ? ਉਹਨਾਂ ਨੂੰ ਸ਼ਾਂਤੀ ਵਾਲਾ, ਅਮਲ ਵਾਲਾ, ਸੁੱਖ ਵਾਲਾ ਪਿਆਲਾ ਪਿਆਵੇਗਾ। ਤੇ ਜਦੋਂ ਉਹ ਪਿਆਲਾ ਪੀਣਗੇ, ਤੇ ਉਹ ਖੁਦਾ ਦੀਆਂ ਬਰਕਤਾਂ ਨੂੰ ਕੀ ਕਰਨਗੇ? ਆਪਣੀ ਜ਼ਿੰਦਗੀ ਅੰਦਰ ਲਿਆਉਣਗੇ। ਇਸੇ ਦੀ 17 ਆਇਤ ਤੋਂ ਪੜ੍ਹਦੇ ਹਾਂ, ਤੇ ਇੱਕ ਦੂਤ ਉਸ ਹੈਕਲ ਵਿੱਚੋਂ ਨਿਕਲਿਆ ਜਿਹੜਾ ਸਵਰਗ ਵਿੱਚ ਹੈ, ਅਤੇ ਉਹਦੇ ਕੋਲ ਵੀ ਇੱਕ ਤਿੱਖੀ ਦਾਤਰੀ ਸੀ। ਇੱਕ ਹੋਰ ਦੂਤ ਜਿਹਨੂੰ ਉਹਨੇ ਅੱਗ ਉੱਤੇ ਇਖਤਿਆਰ ਦਿੱਤਾ ਸੀ, ਜਗਵੇਦੀ ਵਿੱਚੋਂ ਨਿਕਲਿਆ, ਤੇ ਉਹਦੀ ਉੱਚੀ ਦੇ ਕੇ ਉਸ ਨੂੰ, ਜਿਹਦੇ ਕੋਲ ਤਿੱਖੀ ਦਾਤਰੀ ਸੀ, ਉਸ ਨੂੰ ਆਖਿਆ, ਭਾਈ ਆਪਣੀ ਤਿੱਖੀ ਦਾਤਰੀ ਫੇਰ ਤੇ ਧਰਤੀ ਦੀ ਅੰਗੂਰੀ ਬੇਲ ਅਤੇ ਗੁੱਛਿਆਂ ਨੂੰ ਵੱਢ ਲੈ, ਕਿਉਂ ਜੋ ਉਹ ਅੰਗੂਰ ਡਾਢੇ ਪੱਕ ਚੁੱਕੇ ਹਨ। ਆਮੀਨ। ਇੱਕ ਦੂਤ ਹੋਰ ਨਿਕਲਿਆ ਪਰਮੇਸ਼ਵਰ ਦੇ ਲਈ ਰਾਜ ਦੇ ਵਿੱਚੋਂ, ਅਤੇ ਉਹਦੇ ਕੋਲ ਵੀ ਇੱਕ ਤਿੱਖੀ ਦਾਤਰੀ ਸੀ, ਅਤੇ ਇੱਕ ਦੂਤ ਜਿਹਨੂੰ ਉਹਨੇ ਅੱਗ ਉੱਤੇ ਇਖਤਿਆਰ ਦਿੱਤਾ ਸੀ, ਜਗਵੇਦੀ ਵਿੱਚੋਂ ਨਿਕਲਿਆ, ਅਤੇ ਉੱਚੀ ਦੇ ਕੇ ਉਸ ਨੂੰ ਆਖਿਆ ਕਿ ਜਿਹਦੇ ਕੋਲ ਤਿੱਖੀ ਦਾਤਰੀ ਹੈ, ਉਸ ਨੂੰ ਆਖਿਆ, ਭਾਈ ਆਪਣੀ ਦਾਤਰੀ ਇਸ ਧਰਤੀ ਦੀ ਅੰਗੂਰੀ ਬੇਲ ਉੱਤੇ ਫੇਰ, ਅਤੇ ਉਹਦੇ ਗੁੱਛਿਆਂ ਨੂੰ ਵੱਢ ਲੈ,
ਕਿਉਂ ਜੋ ਅੰਗੂਰ ਡਾਢੇ ਪੱਕ ਚੁੱਕੇ ਹਨ। ਹਾਲੇਲੂਇਆ। ਉਹਨੂੰ ਆਖਿਆ ਕਿ ਤੂੰ ਕੀ ਕਰ, ਅੰਗੂਰਾਂ ਨੂੰ ਕੀ ਕਰ, ਉਹਦੇ ਗੁੱਛਿਆਂ ਨੂੰ ਵੱਢ ਲੈ। ਇਹ ਵੇਲ ਜਿਹੜੀ ਪਰਮੇਸ਼ਵਰ ਦੇ ਵਿੱਚ ਲੱਗੀ ਹੋਈ ਹੈ, ਇਹਨੂੰ ਬੜੇ ਵਧੀਆ ਗੁੱਛੇ ਲੱਗੇ ਨੇ, ਇਹਦੇ ਅੰਗੂਰ ਪੱਕ ਚੁੱਕੇ ਨੇ, ਇਹਨਾਂ ਨੂੰ ਕੀ ਕਰ, ਹੁਣ ਗੁੱਛਿਆਂ ਨੂੰ ਵੱਢ ਲੈ। ਤੇ ਉਸ ਦੂਤ ਨੇ ਆਪਣੀ ਦਾਤਰੀ ਧਰਤੀ ਉੱਤੇ ਫੇਰੀ ਤੇ ਧਰਤੀ ਦੀ ਸਾਰੀ ਅੰਗੂਰ ਵੇਲ ਵੱਢ ਲਈ ਤੇ ਚਬੱਚੇ ਅਰਥਾਤ ਪਰਮੇਸ਼ਵਰ ਦੇ ਕ੍ਰੋਧ ਦੇ ਚਬੱਚੇ ਵਿੱਚ ਸੁੱਟ ਦਿੱਤੀ। ਉਹ ਚਬੱਚਾ ਨਗਰੀ ਦੇ ਬਾਹਰ ਲਤਾੜਿਆ ਗਿਆ। ਉਹਦੇ ਚਬੱਚੇ ਵਿੱਚੋਂ ਘੋੜਿਆਂ ਦੀਆਂ ਲਗਾਮਾਂ ਤੋੜੀ, ਕੋਈ 1.5 ਤੀਕ ਲਹੂ ਵਗ ਗਿਆ। ਜਿਹੜੇ ਕ੍ਰੋਧ ਦੇ ਕਟੋਰੇ ਦੇ ਵਿੱਚ ਉਹ ਅੰਗੂਰ ਸੁੱਟੇ ਗਏ, ਉਹ ਲਤਾੜੇ ਗਏ, ਉਹਨਾਂ ਦੇ ਵਿੱਚੋਂ 1.5 ਤਾਈਂ ਲਹੂ ਵਗਿਆ। ਉਹਨਾਂ ਦੇ ਵਿੱਚੋਂ ਕੋਈ ਰਸ ਨਹੀਂ ਨਿਕਲਿਆ, ਕਿਉਂਕਿ ਉਹ ਮੂਰਤੀ ਪੂਜਾ ਵਾਲੇ ਸਨ। ਉਹਨਾਂ ਨੇ ਆਪਣੇ ਹੱਥਾਂ ਦੇ ਉੱਤੇ ਦਾਗ ਲਾਏ ਹੋਏ ਸਨ। ਉਹਨਾਂ ਨੇ ਪਾਪ ਕੀਤਾ ਹੋਇਆ ਸੀ, ਉਹਨਾਂ ਨੇ ਗੁਨਾਹ ਕੀਤਾ ਹੋਇਆ ਸੀ, ਤੇ ਪਰਮੇਸ਼ਵਰ ਉਹਨਾਂ ਨੂੰ ਉਸ ਨਗਰੀ ਦੇ ਅੰਦਰ ਕੀ ਕਰਨਾ ਚਾਹੁੰਦਾ ਸੀ, ਨਹੀਂ ਸੀ ਲੈ ਕੇ ਜਾਣਾ ਚਾਹੁੰਦਾ। ਇਸ ਕਰਕੇ ਪਰਮੇਸ਼ਵਰ ਨੇ ਕੀ ਕੀਤਾ, ਉਹਨਾਂ ਨੂੰ ਲਤਾੜਿਆ। ਤੋ ਮੇਰੇ ਅਜੀਜ਼ੋ, ਜੇਕਰ ਅੱਜ ਅਸੀਂ ਪਰਮੇਸ਼ਵਰ ਦੀ ਨਗਰੀ ਦੇ ਅੰਦਰ ਜਾਣਾ ਚਾਹੁੰਦੇ ਹਾਂ, ਜੇਕਰ ਅੱਜ ਅਸੀਂ ਪਰਮੇਸ਼ਵਰ ਦੇ ਵਿੱਚ ਬਰਕਤਾਂ ਨੂੰ ਪਾਉਣਾ ਚਾਹੁੰਦੇ ਹਾਂ, ਜੇਕਰ ਅੱਜ ਅਸੀਂ ਪਰਮੇਸ਼ਵਰ ਦੇ ਰਾਜ ਦੇ ਅਧਿਕਾਰੀ ਬਣਨਾ ਚਾਹੁੰਦੇ ਹਾਂ, ਤੇ ਅੱਜ ਫਿਰ ਅਸੀਂ ਪਰਮੇਸ਼ਵਰ ਦੇ ਵਿੱਚ ਕੀ ਕਰੀਏ, ਇੱਕ ਚੰਗਾ ਫਲ ਦੇਣ ਦੇ ਯੋਗ ਹੋ ਜਾਈਏ। ਕਿਉਂਕਿ ਉਹ ਇਨਸਾਨ ਜਿਹੜਾ ਚੰਗਾ ਫਲ ਦਿੰਦਾ ਹੈ, ਸੋ ਹੀ ਪਰਮੇਸ਼ਵਰ ਦੇ ਰਾਜ ਦੇ ਵਿੱਚ ਜਾ ਸਕਦਾ ਹੈ, ਤੇ ਸੋ ਹੀ ਪਰਮੇਸ਼ਵਰ ਦੇ ਕੋਲੋਂ ਬਰਕਤਾਂ ਨੂੰ ਪਾ ਸਕਦਾ ਹੈ। ਨਹੀਂ ਤੇ ਇਸ ਧਰਤੀ ਦੇ ਦੁੱਖ ਭੋਗਾਂਗੇ, ਕਸ਼ਟ ਭੋਗਾਂਗੇ, ਬੇਚੈਨੀ ਰਹੇਗੀ, ਕਦੀ ਵੀ ਬਰਕਤ ਨਹੀਂ ਮਿਲੇਗੀ। ਤੋ ਮੇਰੇ ਅਜੀਜ਼ੋ, ਜੇਕਰ ਅੱਜ ਤੁਸੀਂ ਖੁਦਾ ਦੀਆਂ ਬਰਕਤਾਂ ਚਾਹੁੰਦੇ ਜੇ, ਤੇ ਪਰਮੇਸ਼ਵਰ ਦੇ ਵਿੱਚ ਚੰਗੇ ਫਲਦਾਰ ਹੋ ਜਾਓ, ਤਾਂ ਜੋ ਖੁਦਾ ਤੁਹਾਨੂੰ ਬਰਕਤ ਦੇਵੇ, ਖੁਦਾ ਤੁਹਾਨੂੰ ਆਸ਼ੀਸ਼ ਦੇਵੇ, ਔਰ ਖੁਦਾ ਤੁਹਾਡੀਆਂ ਜ਼ਿੰਦਗੀਆਂ ਦੇ ਵਿੱਚ ਚੱਲਦਾ ਫਿਰਦਾ ਨਜ਼ਰ ਆਵੇ। ਸੋ ਖੁਦਾ ਦੇ ਵਚਨ ਪੜ੍ਹੇ ਔਰ ਸੁਣੇ ਜਾਣੇ ਦੇ ਉੱਤੇ ਬਰਕਤ ਹੋਵੇ। ਆਮੀਨ। ਆਮੀਨ ਆਮੀਨ।